ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਆਇਓ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ। ਚਲਿੱਤਰ 83ਵਾं। दोहरा। राजौरी के देश में राजपुरो एक गाँव। तहाँ एक गुजर बसै राजमाल तिह नाव। राजौरी के देश में राजपुरो एक गाँव। तहाँ एक गुजर बसै राजमाल तिह नाव। सो गुरु प्यारी साध संगत जी, आप जी ਸਰਵਣ ਕਰ ਰਹੇ ਹੋ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਪਾਵਨ ਗੁਰਬਾਣੀ ਸ੍ਰੀ ਚਰਿਤ੍ਰ ਪਾਖਿਆਨ ਦੀ ਲੜੀਵਾਰ ਵਿਚਾਰ ਜੋ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਰ ਰਹਿਮਤ ਕਿਰਪਾ ਤੇ ਬਖਸ਼ਿਸ਼ ਦੇ ਨਾਲ ਚੱਲ ਰਹੀ ਹੈ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ 82 ਚਲਿੱਤਰ ਜੋ ਹਨ ਵਿਚਾਰ ਸਹਿਤ ਹੋ ਚੁੱਕੇ ਨੇ। ਸੋ ਅੱਜ ਜੋ 83ਵਾਂ ਚਲਿੱਤਰ ਹੈ ਦੀ ਵਿਚਾਰ ਸਤਿਗੁਰੂ ਜੀ ਦੀ ਕਿਰਪਾ ਨਾਲ ਕਰਨੀ ਹੈ। ਤਾਂ ਤੇ ਗਰੀਬ ਨਵਾਜ ਬਾਦਸ਼ਾਹ ਬਚਨ ਫਰਮਾ ਰਹੇ ਨੇ। दोहरा। राजौरी के देश में राजपुरो एक गाँव। ਸਤਿਗੁਰੂ ਜੀ ਬਚਨ ਕਰਦੇ ਹਨ ਕਿ ਰਾਜੌਰੀ ਨਾਂ ਦੇ ਦੇਸ਼ ਵਿੱਚ ਰਾਜਪੁਰ ਨਾਂ ਦਾ ਇੱਕ ਪਿੰਡ ਸੀ। ਤਹਾਂ ਏਕ ਗੁਜਰ ਬਸੈ ਰਾਜਮਲ ਤਿਹ ਨਾਉ। ਤੇ ਉਸ ਪਿੰਡ ਦੇ ਵਿੱਚ ਗੁੱਜਰ ਰਹਿੰਦਾ ਸੀ ਜਿਸ ਦਾ ਨਾਮ ਸੀ ਰਾਜਮਲ। ਚਾਉ ਪਈ ਰਾਜੋ ਨਾਮ ਏਕ ਤਿਹ ਨਾਰੀ ਸੁੰਦਰ ਅੰਗ ਬੰਸ ਵਿਜਿਆਰੀ। ਤੇ ਉਸ ਰਾਜਮਲ ਗੁੱਜਰ ਦੀ ਇੱਕ ਇਸਤਰੀ ਸੀ ਜਿਸ ਦਾ ਨਾਮ ਸੀ ਰਾਜੋ, ਜੋ ਬਹੁਤ ਹੀ ਸੋਹਣੇ ਰੂਪ ਵਾਲੀ ਸੀ। ਉਹਦੇ ਸਰੀਰ ਦੀ ਦਿੱਖ ਬਹੁਤ ਹੀ ਸੁੰਦਰ ਬਣੀ ਹੋਈ ਸੀ। ਤੇ ਇੱਕ ਨਰ ਸੋ ਨੇਹ ਲਗਾਇਓ ਗੁਜਰ ਭੇਦ ਤਬੈ ਲਖ ਪਾਇਓ। ਤੇ ਐਸੀ ਇਸਤਰੀ ਜੋ ਆਪਣੇ ਸਾਰੇ ਵੰਸ਼ ਵਿੱਚੋਂ ਬਹੁਤ ਹੀ ਸੁਹਾਵਣੀ ਸੀ, ਬਹੁਤ ਹੀ ਸੁੰਦਰ ਰੂਪ ਵਾਲੀ ਜਾਣੀ ਜਾਂਦੀ ਸੀ। ਉਸਨੇ ਇੱਕ ਆਪਣੇ ਧਰਮ ਦੇ ਪਤੀ ਨੂੰ ਛੱਡ ਕਰਕੇ ਕਿਸੇ ਪਰਾਏ ਮਰਦ ਨਾਲ ਆਪਣਾ ਪ੍ਰੇਮ ਲਗਾਇਆ। ਇਸ ਗੱਲ ਦੇ ਭੇਦ ਨੂੰ ਗੁੱਜਰ ਜਾਣ ਚੁੱਕਾ ਸੀ। ਉਹਦਾ ਘਰ ਵਾਲਾ ਸੀ ਉਹ ਇਸ ਗੱਲ ਦੇ ਭੇਦ ਨੂੰ ਗੁੱਜਰ ਜਿਹੜਾ ਸੀ ਉਹ ਸਮਝ ਚੁੱਕਾ ਸੀ। ਜ਼ਾਰ ਲਖਿਓ ਗੁਜਰ ਮੁਹਿ ਜਾਣਿਓ ਅਦਕ ਚਿਤ ਭੀਤਰ ਡਰ ਮਾਨਿਓ। ਜਿਹੜਾ ਉਸ ਦੀ ਘਰਵਾਲੀ ਦਾ ਗੁੱਜਰ ਦੀ ਘਰਵਾਲੀ ਦਾ ਜਿਹੜਾ ਪ੍ਰੇਮੀ ਸੀ, ਮਿੱਤਰ ਬਣਿਆ ਹੋਇਆ ਸੀ, ਉਹ ਜਾਣ ਚੁੱਕਾ ਸੀ ਕਿ ਗੁੱਜਰ ਸਮਝ ਗਿਆ ਹੈ, ਉਸਨੂੰ ਸਾਡੇ ਭੇਦ ਦਾ ਪਤਾ ਲੱਗ ਗਿਆ ਹੈ। ਤੇ ਇਸ ਕਰਕੇ ਉਹ ਆਪਣੇ ਮਨ ਦੇ ਬਹੁਤ ਡਰਿਆ ਕਿ ਕਿਤੇ ਗੁੱਜਰ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਮੈਨੂੰ ਕਿਤੇ ਜਾਨੋਂ ਨਾ ਮਾਰੇ। ਛਾੜ ਗਾਮ ਤੇ ਅਨੰਤ ਸਧਾਇਓ ਬਾਹਰ ਨਾ ਤਾਕੋ ਦਰਸ ਦਿਖਾਇਓ। ਉਹਦਾ ਡਰਦਾ ਹੋਇਆ ਹੀ ਆਪਣਾ ਨਗਰ ਜਿਹੜਾ ਸੀ ਛੱਡ ਗਿਆ ਤੇ ਕਦੇ ਮੁੜ ਕੇ ਉਸ ਨਗਰ ਦੇ ਵਿੱਚ ਵਾਪਸ ਨਾ ਆਇਆ। ਦੋਹਰਾ। ਰਾਜੋ ਵਿਛੜੇ ਜਾਰ ਕੇ ਜਿਤ ਮੈਂ ਪਹੀ ਉਦਾਸ। ਇਹਦੇ ਗੁੱਜਰ ਦੀ ਉਹ ਘਰਵਾਲੀ ਸੀ, ਉਹ ਆਪਣੇ ਮਿੱਤਰ ਦੇ ਵਿਛੋੜੇ ਬਹੁਤ ਦੁਖੀ ਹੋ ਗਈ। ਨਿਤ ਚਿੰਤਾ ਮਨ ਮੈਂ ਕਰੈ ਮੀਤ ਮਿਲਨ ਕੀ ਆਸ। ਤੇ ਨਿਤ ਹੀ ਉਹ ਆਪਣੇ ਮਨ ਦੇ ਵਿੱਚ ਝੁਰਦੀ ਰਹਿੰਦੀ, ਫਿਕਰ ਕਰਦੀ ਰਹਿੰਦੀ ਕਿ ਮੇਰਾ ਮਿੱਤਰ ਜਿਹੜਾ ਕਿੱਥੇ ਚਲਾ ਗਿਆ ਹੈ, ਮੈਨੂੰ ਦੱਸੇ ਬਗੈਰ ਹੀ ਕਿੱਥੇ ਚਲਾ ਗਿਆ ਹੈ, ਕਦੇ ਮਿਲਿਆ ਹੀ ਨਹੀਂ।
ਤੇ ਇਉਂ ਕਰਕੇ ਸੋਚਾਂ ਸੋਚਦੀ ਰਹਿੰਦੀ ਤੇ ਉਹਦੇ ਮਿਲਣ ਦੀ ਆਸ ਰੱਖਦੀ ਸੀ। ਚਾਓ ਪਈ यह सब भेद गूजरे जानियो तासो प्रगट न कछु बखानियो। ਹੁਣ ਇਹ ਸਾਰੇ ਗੱਲ ਦਾ ਭੇਦ ਗੁੱਜਰ ਵੀ ਸਮਝ ਚੁੱਕਾ ਸੀ, ਪਰ ਉਸਨੇ ਪ੍ਰਗਟ ਤੌਰ ਤੇ ਆਪਣੀ ਘਰਵਾਲੀ ਨੂੰ ਕੁਝ ਨਹੀਂ ਆਖਿਆ। ਚਿੰਤਾ ਜਹ ਕਰੀ ਮਨ ਮਾਹੀ ਜਾ ਕੇ ਧਨ ਛੋ ਡੋਂਗ ਰਹਿ ਨਾਹੀ। ਗੁੱਜਰ ਸੋਚਣ ਲੱਗਾ ਕਿ ਇਹਨੇ ਮੇਰੇ ਨਾਲ ਧੋਖਾ ਕੀਤਾ ਹੈ। ਸਾਡਾ ਜੋ ਆਪਸੀ ਰਿਸ਼ਤਾ ਸੀ, ਇਸ ਰਿਸ਼ਤੇ ਨਾਲ ਧੋਖਾ ਕੀਤਾ ਹੈ ਇਸਨੇ, ਤੇ ਹੁਣ ਮੈਂ ਇਹਦੇ ਕੋਲੋਂ ਆਪਣੇ ਕੀਤੇ ਬੁਰੇ ਕਰਮਾਂ ਦੀ ਸਜ਼ਾ ਜਿਹੜੀ ਹੈ ਇਹਨੂੰ ਭੁਗਤਾਵਾਂਗਾ। ਜਿਤਨਾ ਵੀ ਇਹਦੇ ਕੋਲ ਧਨ ਦੌਲਤ ਹੈ ਉਹ ਹੁਣ ਮੈਂ ਇਹਦੇ ਕੋਲ ਰਹਿਣ ਨਹੀਂ ਦੇਣਾ। ਵਿਧੀ ਬਣਾ ਕਰਕੇ ਸਾਰਾ ਹੀ ਖੋਹ ਲਵਾਂਗਾ, ਇਹਨੂੰ ਕੰਗਾਲ ਕਰ ਦੇਵਾਂਗਾ। ਦੋਹਰਾ ਪਤਿਆ ਲਿਖੀ ਬਣਾਏ ਕਹਿ ਤਵਨ ਮੀਤ ਕੇ ਨਾਮ। ਗੁੱਜਰ ਨੇ ਕੀ ਕੀਤਾ ਕਿ ਉਸਨੇ ਰਾਜੋ ਦੇ ਮਿੱਤਰ ਦੇ ਨਾਂ ਵੱਲੋਂ ਇੱਕ ਚਿੱਠੀ ਲਿਖੀ। ਇਹ ਕਿਹਾ ਤਿੱਥ ਕੋ ਹਾਥ ਦੇ ਪਠੀ ਤਰਿਆ ਕੇ ਤਹਮ, ਤੇ ਇੱਕ ਵਿਅਕਤੀ ਦੇ ਹੱਥ ਦੇ ਕਰਕੇ ਰਾਜੋ ਦੇ ਕੋਲ ਭੇਜ ਦਿੱਤੀ। ਚਾਉ ਪਈ ਜਬ ਬਤਿਆ ਤਿਨ ਸ਼ੋਰ ਬਚਾਈ ਮੀਤ ਨਾਮ ਸੁਣ ਕੰਠ ਲਗਾਈ। ਜਦੋਂ ਉਸ ਇਸਤਰੀ ਨੇ ਚਿੱਠੀ ਜਿਹੜੀ ਸੀ ਕਿਸੇ ਦੇ ਕੋਲੋਂ ਪੜ੍ਹਾਈ ਤਾਂ ਆਪਣੇ ਮਿੱਤਰ ਦਾ ਨਾਂ ਸੁਣ ਕੇ ਕਿ ਮੇਰੇ ਮਿੱਤਰ ਚਿੱਠੀ ਜਿਹੜੀ ਹੈ ਭੇਜੀ ਹੈ ਮੇਰੇ ਵਾਸਤੇ, ਉਹਨੂੰ ਬਹੁਤ ਖੁਸ਼ੀ ਹੋਈ। ਖੁਸ਼ੀ ਨਾਲ ਉਹਨੇ ਆਪਣੇ ਗਲ ਦੇ ਨਾਲ ਚਿੱਠੀ ਨੂੰ ਲਾ ਲਿਆ। यह जार लिख ताहि पठायो तुम बिन अधिक कष्ट हम पायो। ਉਹਦੇ ਯਾਰ ਵੱਲੋਂ ਇਹ ਗੱਲਾਂ ਲਿਖੀਆਂ ਗਈਆਂ ਸਨ, ਲਿਖੀਆਂ ਹੋਈਆਂ ਸਨ ਕਿ ਇਹ ਸਖੀ ਮੈਂ ਤੁਹਾਡੇ ਤੋਂ ਬਿਨਾਂ ਬਹੁਤ ਹੀ ਦੁੱਖ ਮਹਿਸੂਸ ਕਰ ਰਿਹਾ ਹਾਂ, ਬਹੁਤ ਹੀ ਕਸ਼ਟ ਵਿੱਚ ਹਾਂ। ਪਤੀ ਆ ਮੈਂ ਲੱਖ ਜਹ ਪਠਾਇਓ ਤੁਮ ਬਿਨ ਹਮ ਸਭ ਕਿਛ ਬਿਸਰ ਆਇਓ। ਤੇ ਉਹ ਚਿੱਠੀ ਦੇ ਵਿੱਚ ਉਹਦੇ ਘਰ ਵਾਲੇ ਨੇ ਉਹਦੇ ਪ੍ਰੇਮੀ ਵੱਲੋਂ ਗੱਲਾਂ ਲਿਖੀਆਂ ਹੋਈਆਂ ਸਨ ਕਿ ਤੁਹਾਡੇ ਬਿਨਾਂ ਮੈਂ ਸਭ ਕੁਝ ਹੀ ਭੁੱਲ ਗਿਆ ਹਾਂ। ਹਮਰੀ ਸੋਧੇ ਆ ਪਰ ਤੁਮ ਲੀਜੋ ਕੱਛ ਧਨ ਕਾਢ ਪਠੈ ਮੋਹਿ ਦੀਜੋ। ਤੇ ਆਖਣ ਲੱਗਾ ਕਿ ਹੁਣ ਮੈਨੂੰ ਸਿਰਫ ਤੁਹਾਡੀ ਹੀ ਇੱਕ ਆਸ ਹੈ, ਮੈਂ ਬਹੁਤ ਹੀ ਮੁਸ਼ਕਲ ਦੇ ਵਿੱਚ ਹਾਂ, ਇਸੇ ਕਰਕੇ ਮੈਂ ਤੁਹਾਨੂੰ ਮਿਲਣ ਵਾਸਤੇ ਨਹੀਂ ਆਇਆ। ਤੇ ਮੇਰੀ ਇਸ ਜੋ ਮੁਸ਼ਕਲ ਹੈ ਉਹਨੂੰ ਤੁਸੀਂ ਦੂਰ ਕਰ ਸਕਦੇ ਹੋ। ਤੁਸੀਂ ਮੇਰੀ ਕਿਰਪਾ ਕਰਕੇ ਖਬਰਸਾਰ ਲਵੋ ਤੇ ਮੈਨੂੰ ਕੁਝ ਧਨ ਪੈਸੇ ਜਿਹੜੇ ਹਨ ਉਹ ਮੈਨੂੰ ਭੇਜ ਦਿਓ, ਕਿਉਂਕਿ ਮੈਨੂੰ ਧਨ ਦੀ ਲੋੜ ਹੈ, ਮੇਰੇ ਪਾਸ ਧਨ ਨਹੀਂ ਹੈ। ਦੋਹਰਾ ਸੁਨਤ ਬਾਤ ਮੂਰਖ ਤ੍ਰਿਆ ਚਿਤ ਮੈਂ ਭਈ ਪ੍ਰਸੰਨ। ਤੇ ਇਹਦੀਆਂ ਗੱਲਾਂ ਸੁਣਦਿਆਂ ਸਾਰੀ ਮੂਰਖ ਇਸਤਰੀ ਮਨ 'ਚ ਬੜੀ ਖੁਸ਼ ਹੋ ਗਈ। ਮੀਤ ਜਤਾਰਿਓ ਆਜ ਮੋਹੇ ਧਰਣੀ ਤਲਹੁ ਧਨ। ਸੋਚਣ ਲੱਗੀ ਮੈਂ ਧਨ ਹੋ ਗਈ ਹਾਂ, ਅੱਜ ਮੈਨੂੰ ਮੇਰੇ ਮਿੱਤਰ ਨੇ ਯਾਦ ਕੀਤਾ ਹੈ, ਅੱਜ ਦਿਨ ਮੇਰੇ ਵਾਸਤੇ ਬਹੁਤ ਹੀ ਖੁਸ਼ੀਆਂ ਭਰਿਆ ਹੈ। ਚਾਓ ਪਈ ਭੇਜ ਕਹੂੰ ਤ੍ਰਿਆ ਇਹ ਸਖਾਇਓ ਲਿਖ ਪਤਿਆ ਮੈਂ ਜਹ ਪਠਾਇਓ। ਉਸ ਇਸਤਰੀ ਨੇ ਜਿਹੜਾ ਚਿੱਠੀ ਲੈਣ ਦੇਣ ਦਾ ਕੰਮ ਕਰਦਾ ਸੀ ਉਸ ਆਦਮੀ ਨੂੰ ਆਖਣ ਲੱਗੀ ਕਿ ਉਸ ਨੂੰ ਜਾ ਕੇ ਕਹਿ ਦੇਣਾ ਕਿ ਸਵੇਰ ਵੇਲੇ ਮੇਰੇ ਘਰ ਦੇ ਪਿਛਵਾੜੇ ਵਿੱਚ ਆ ਜਾਣਾ। ਰਾਤ ਸਮੇਂ ਪਿਛਵਾੜੇ ਐ ਹੋ ਦਹੂੰ ਹਾਥ ਪੈ ਤਾਲ ਬਜੈ ਹੋ। ਕਿ ਸਵੇਰ ਵੇਲੇ ਪਿਛਵਾੜੇ ਆਉਣਾ ਤੇ ਦੋਹਾਂ ਹੱਥਾਂ ਦੇ ਨਾਲ ਤਾੜੀ ਵਜਾਉਣੀ ਹੈ। ਇਉਂ ਕਰਕੇ ਉਸ ਇਸਤਰੀ ਨੇ ਉਸ ਵਿਅਕਤੀ ਦੇ ਕੋਲੋਂ ਚਿੱਠੀ ਦੇ ਉੱਪਰ ਲਿਖਵਾ ਲਿਆ ਤੇ ਚਿੱਠੀ ਭੇਜ ਦਿੱਤੀ। ਜਬ ਤਾਰੀ ਸਰਵਨ ਸੁਨ ਪਹੀਓ ਤੁਰਤ ਤਹਾਂ ਆਪਨ ਉੱਠ ਆਈਓ। ਉਸਨੇ ਲਿਖਾਇਆ ਕਿ ਜਿਸ ਵੇਲੇ ਮੈਂ ਤਾੜੀ ਤੁਹਾਡੀ ਜੋ ਕੰਨਾਂ ਦੇ ਨਾਲ ਸੁਣਾਂਗੀ ਤੇ ਛੇਤੀ ਹੀ ਉੱਠ ਕੇ ਆ ਜਾਵਾਂਗੀ। ਕਾਂਧ ਉੱਪਰ ਕਰ ਥੈਲੀ ਲਈਓ ਮੇਰੋ ਕਹਿਓ ਮਾਨ ਤ੍ਰਿਆ ਲਈਓ। ਤੇ ਆਖਣ ਲੱਗੀ ਮੈਂ ਤੁਹਾਨੂੰ ਕੰਧ ਦੇ ਉੱਪਰੋਂ ਥੈਲੀ ਫੜਾਵਾਂਗੀ, ਤੁਸੀਂ ਥੈਲੀ ਫੜ ਲਿਓ ਤੇ ਮੇਰਾ ਕਿਹਾ ਇਹ ਸਾਰੀ ਗੱਲ ਜਿਹੜੀ ਹੈ ਤੁਸੀਂ ਮੰਨ ਲੈਣੀ। ਇਹ ਸਾਰੀ ਗੱਲਬਾਤ ਲਿਖਾ ਕਰਕੇ ਉਸਨੇ ਆਦਮੀ ਦੇ ਕੋਲੋਂ ਵਿਅਕਤੀ ਦੇ ਕੋਲੋਂ ਉਹ ਚਿੱਠੀ ਰੂਪ ਦੇ ਵਿੱਚ ਭੇਜ ਦਿੱਤੀ ਹੈ। ਆਪਣੇ ਵੱਲੋਂ ਭੇਜੀ ਉਸਨੇ ਆਪਣੇ ਮਿੱਤਰ ਨੂੰ ਹੈ, ਪਰ ਉਹ ਚਿੱਠੀ ਜਿਹੜੀ ਸੀ ਉਹ ਤਾਂ ਆਖਰ ਤੇ ਘਰ ਵਾਲੇ ਗੁੱਜਰ ਦੇ ਕੋਲ ਪਹੁੰਚਣੀ ਸੀ। ਪ੍ਰਾਤ ਸਮੇਂ ਤਾਰੀ ਤਿਨ ਕਰੀ ਸੋ ਤੁਨ ਕਾਨ ਤ੍ਰਿਆ ਕੇ ਭਰੀ। ਫਿਰ ਕੀ ਹੋਇਆ, ਗੁੱਜਰ ਨੂੰ ਹੁਣ ਸਾਰੀ ਖੇਡ ਦਾ ਪਤਾ ਸੀ ਕਿ ਇਸ ਇਸਤਰੀ ਨੇ ਕੀ ਜਵਾਬ ਦਿੱਤਾ ਹੈ ਚਿੱਠੀ ਨੂੰ ਪੜ੍ਹ ਕੇ। ਹੁਣ ਸਵੇਰ ਸਾਰ ਗੁੱਜਰ ਨੇ ਕੀ ਕੀਤਾ ਕਿ ਪਿਛਵਾੜੇ ਵਿੱਚ ਆ ਕੇ ਦੋਹਾਂ ਹੱਥਾਂ ਨਾਲ ਤਾੜੀ ਵਜਾਈ।
ਤੇ ਉਹ ਆਵਾਜ਼ ਜਿਹੜੀ ਸੀ ਉਹ ਇਸਤਰੀ ਦੇ ਕੰਨਾਂ ਦੇ ਵਿੱਚ ਪਈ ਹੈ। ਪ੍ਰਾਤ ਸਮੇਂ ਤਾਰੀ ਤਨ ਕਰੀ ਸੋ ਤੁਨ ਕਾਨ ਤ੍ਰਿਆ ਕੇ ਪਰੀ। ਥੈਲੀ ਕਾਂਦ ਉੱਪਰ ਕਰ ਡਾਰੀ ਭੇਦ ਨਾ ਲਖਿਓ ਦੇਵ ਕੀ ਮਾਰੀ। ਤੇ ਉਸ ਇਸਤਰੀ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਸੀ ਕਿ ਪਿਛਵਾੜੇ ਵਿੱਚ ਤਾਂ ਮੇਰਾ ਘਰ ਵਾਲਾ ਗੁੱਜਰ ਹੈ। ਉਹਨੇ ਹੀ ਸਮਝਿਆ ਕਿ ਮੇਰਾ ਦੋਸਤ ਹੈ, ਮਿੱਤਰ ਹੈ। ਉਹਨੇ ਪੈਸਿਆਂ ਵਾਲੀ ਥੈਲੀ ਕੰਧ ਉੱਪਰ ਕੀਤੀ ਤੇ ਸਤਿਗੁਰੂ ਜੀ ਆਖਦੇ ਹਨ ਕਿ ਪਰਮੇਸ਼ਰ ਦੇ ਵੱਲੋਂ ਮਾਰੀ ਹੋਈ ਨੇ ਅਤੇ ਭੇਦ ਨੂੰ ਜਾਣਿਆ ਹੀ ਨਾ। ਤੇ ਉਸਨੇ ਉਹ ਥੈਲੀ ਮਾਇਆ ਵਾਲੀ ਗੁੱਜਰ ਨੂੰ ਹੀ ਆਪਣਾ ਦੋਸਤ ਮਿੱਤਰ ਸਮਝ ਕਰਕੇ ਫੜਾ ਦਿੱਤੀ। ਦੋਹਰਾ ਯੋ ਹੀ ਬਾਰ 6-7 ਕਰ ਲਿਓ ਦਰਬ ਸਭ ਛੀਨ। ਇਵੇਂ ਵਿਉਂਤ ਬਣਾ ਕੇ 6-7 ਵਾਰੀ ਗੁੱਜਰ ਨੇ ਸਾਰਾ ਧਨ ਹੀ ਇਸਤਰੀ ਕੋਲੋਂ ਖੋਹ ਲਿਆ। ਭੇਦ ਨਾ ਮੂਰਖ ਤੇ ਲਖਿਓ ਕਹਾਂ ਯਤਨ ਇਹ ਕੀਨ। ਤੇ ਮੂਰਖ ਇਸਤਰੀ ਨੇ ਇਸ ਭੇਦ ਨੂੰ ਸਮਝਣ ਦਾ ਬਿਲਕੁਲ ਵੀ ਯਤਨ ਹੀ ਨਾ ਕੀਤਾ। ਚਾਉ ਪਈ ਜਾ ਹੀ ਯਤਨ ਸਕਲ ਤਨ ਹਰਿਓ ਰਾਣੀ ਹੁਤੇ ਰੰਗ ਤਹ ਕਰਿਓ। ਇਸ ਤਰ੍ਹਾਂ ਸਾਰਾ ਪੈਸਾ ਹੀ ਉਸ ਗੁੱਜਰ ਨੇ ਵਿਉਂਤ ਬਣਾ ਕੇ ਸਾਰਾ ਕੁਝ ਉਹਦੇ ਕੋਲੋਂ ਖੋਹ ਲਿਆ ਤੇ ਉਸਨੂੰ ਕੰਗਾਲ ਕਰ ਦਿੱਤਾ। ਹਾਥ ਮਿੱਤਰ ਕੇ ਦਰ ਬਨ ਆਇਓ ਨਾ ਹਕੇ ਆਪਣੋ ਮੂੰਡ ਮੰਡਾਇਓ। ਤੇ ਸਾਹਿਬ ਜੀ ਆਖਦੇ ਹਨ ਕਿ ਆਪਣੇ ਮਨ ਤਾਂ ਆਪਣੇ ਮਿੱਤਰ ਨੂੰ ਦੇ ਰਹੀ ਸੀ, ਪਰ ਉਹਦੇ ਮਿੱਤਰ ਦੇ ਹੱਥ ਵੀ ਕੁਝ ਨਾ ਆਇਆ ਤੇ ਉਹਦੇ ਪੱਲੇ ਆਪਣੇ ਵੀ ਕੁਝ ਨਾ ਰਿਹਾ। ਤੇ ਐਵੇਂ ਫਜ਼ੂਲ ਦੇ ਵਿੱਚ ਹੀ ਆਪਣਾ ਸਿਰ ਮਨਵਾ ਲਿਆ, ਭਾਵ ਆਪਣਾ ਨੁਕਸਾਨ ਜਿਹੜਾ ਸੀ ਆਪਣੇ ਹੱਥੀਂ ਹੀ ਕਰ ਲਿਆ। ਸੋ ਅਖੀਰ ਵਿੱਚ ਚਰਿੱਤਰ ਦੀ ਸਮਾਪਤੀ ਵਿੱਚ ਸਾਹਿਬ ਜੀ ਫਰਮਾਉਂਦੇ ਹਨ, ਹਿਤ ਸ਼੍ਰੀ ਚਰਿੱਤਰ ਬਖਿਆਨੇ ਪੁਰਸ਼ ਚਰਿੱਤਰੇ ਮੰਤਰੀ ਭੂਪ ਸੰਬਾਦੇ 83ਵਾਂ ਚਰਿੱਤਰ ਸਮਾਪਤਮ ਸਤ ਸੁਭਮ ਸਤ ਅਫਜੂ। ਸਾਹਿਬ ਜੀ ਫਰਮਾਉਂਦੇ ਹਨ ਕਿ ਇਸ ਪ੍ਰਕਾਰ ਤ੍ਰਿਆ ਚਰਿੱਤਰ ਦੇ ਸ਼੍ਰੀ ਚਰਿੱਤਰ ਉਪਾਖਿਆਨ ਦੇ ਪੁਰਸ਼ ਚਰਿੱਤਰ ਦਾ ਵਜ਼ੀਰ ਤੇ ਰਾਜੇ ਦੀ ਆਪਸੀ ਵਾਰਤਾਲਾਪ ਦਾ 83ਵਾਂ ਚਰਿੱਤਰ ਜੋ ਹੈ ਸ਼ੁਭ ਸੰਪੂਰਨ ਹੁੰਦਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਸੀ ਸ਼੍ਰੀ ਚਰਿੱਤਰ ਉਪਾਖਿਆਨ ਦੇ 83ਵੇਂ ਚਰਿੱਤਰ ਦੀ ਵਿਚਾਰ ਜੋ ਆਪ ਜੀ ਨੇ ਸਰਵਣ ਕੀਤੀ ਹੈ ਤੇ ਸਤਿਗੁਰੂ ਜੀ ਨੇ ਆਪ ਰਹਿਮਤ ਕਰਕੇ ਜਿਸ ਦੀ ਵਿਚਾਰ ਕਰਵਾਈ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਚਰਿੱਤਰ ਦੇ ਵਿੱਚ ਸਤਿਗੁਰੂ ਜੀ ਨੇ ਸਾਨੂੰ ਇਹ ਸਮਝਾਉਣਾ ਕੀਤਾ ਹੈ ਕਿ ਜੇਕਰ ਅਸੀਂ ਕੁਝ ਬੁਰਾ ਕਰਮ ਕਰਦੇ ਹਾਂ ਤੇ ਬੁਰੇ ਕਰਮ ਦਾ ਫਲ ਆਖਰ ਸਾਨੂੰ ਬੁਰਾ ਹੀ ਭੋਗਣਾ ਪੈਂਦਾ ਹੈ। ਜੇਕਰ ਚੰਗਾ ਕਰਮ ਕਰਦੇ ਹਾਂ ਤੇ ਚੰਗੇ ਦਾ ਫਲ ਆਪਾਂ ਨੂੰ ਚੰਗਾ ਹੀ ਮਿਲੇਗਾ, ਮਾੜਾ ਕਰਾਂਗੇ ਤਾਂ ਮਾੜੇ ਦਾ ਫਲ ਆਖਰ ਮਾੜਾ ਹੀ ਹੋਵੇਗਾ। ਤੇ ਫਿਰ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛਤਾਈਐ। ਐਸਾ ਕੰਮ ਫਿਰ ਕਦੇ ਵੀ ਨਾ ਕਰੋ ਜਿਸ ਕਰਕੇ ਤੁਹਾਨੂੰ ਅਖੀਰ ਤੇ ਪਛਤਾਵਾ ਕਰਨਾ ਪਵੇ। ਤੇ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਚਰਿੱਤਰ ਦੇ ਰਾਹੀਂ ਸਮਝਾਉਣਾ ਕੀਤਾ ਹੈ, ਜਿਵੇਂ ਉਸ ਰਾਜੋ ਇਸਤਰੀ ਨੇ ਆਪਣੇ ਪਤੀ ਨਾਲ ਛਲ ਕਪਟ ਕੀਤਾ ਤਾਂ ਪਤੀ ਨੇ ਫਿਰ ਉਹਦੇ ਕੀਤੇ ਹੋਏ ਬੁਰੇ ਕਰਮ ਦਾ ਸਬਕ ਜਿਹੜਾ ਸੀ ਉਸਨੂੰ ਚੰਗੀ ਤਰ੍ਹਾਂ ਸਿਖਾਇਆ। ਜੇਕਰ ਉਹ ਆਪਣੇ ਧਰਮ ਦੇ ਵਿੱਚ ਅਟਲ ਰਹਿੰਦੀ, ਕਾਇਮ ਰਹਿੰਦੀ, ਇੱਕ ਤਾਂ ਪਤੀ ਵਰਤਾ ਧਰਮ 'ਚ ਰਹਿ ਕੇ ਆਪਣੇ ਪਤੀ ਦੀ ਖੁਸ਼ੀ ਹਾਸਲ ਕਰਨੀ ਸੀ, ਮਨ ਦੀ ਖੁਸ਼ੀ ਪ੍ਰਾਪਤ ਕਰਨੀ ਸੀ, ਤੇ ਦੂਸਰਾ ਉਸਨੂੰ ਇਵੇਂ ਆਪਣੀ ਮਾਇਆ ਗਵਾ ਕਰਕੇ ਕੰਗਾਲ ਨਹੀਂ ਹੋਣਾ ਪੈਣਾ ਸੀ। ਇਸ ਪ੍ਰਕਾਰ ਉਹ ਆਪਣੀ ਇਸਤਰੀ ਨੇ ਲੋਕ ਤਾਂ ਖਰਾਬ ਕੀਤਾ ਹੀ ਤੇ ਪਰਲੋਕ ਦੇ ਰਸਤੇ ਵਿੱਚ ਵੀ ਆਪਣੇ ਵਾਸਤੇ ਕੰਡੇ ਹੀ ਬੀਜ ਲਏ। ਜਿਹੜੇ ਐਸੇ ਕਰਮ ਕਰਦੀਆਂ ਹਨ ਇਸਤਰੀਆਂ, ਉਹ ਸੰਸਾਰ ਦੇ ਵਿੱਚ ਵੀ ਸੋਭਾ ਨਹੀਂ ਕੱਟਦੀਆਂ ਤੇ ਪਰਲੋਕ ਦੇ ਵਿੱਚ ਤਾਂ ਫਿਰ ਅਨੇਕਾਂ ਪ੍ਰਕਾਰ ਦੀਆਂ ਸਜ਼ਾਵਾਂ ਜੀਵ ਆਤਮਾ ਆਖਿਰ ਭੋਗਦੀ ਹੀ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਇਹਨਾਂ ਕਰਮਾਂ ਦੇ ਬਾਰੇ ਵਿਸਥਾਰ ਨਾਲ ਦੱਸ ਕਰਕੇ ਸਮਝਾਉਣਾ ਕੀਤਾ ਹੈ ਅਤੇ ਬੁਰੇ ਕਰਮਾਂ ਦਾ ਫਲ ਦੱਸ ਕਰਕੇ ਸੁਚੇਤ ਕੀਤਾ ਹੈ। ਸੋ ਪਿਆਰੀ ਸਾਧ ਸੰਗਤ ਦੀ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ ਜੀ। ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰਦਿਆਂ ਹੋਇਆਂ ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਦੀ ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ ਲੈਣਾ ਗੁਰੂ ਸਾਹਿਬ ਜੀ ਅੱਗੇ ਤੋਂ ਸਮੱਤ ਬਖਸ਼ਣ ਤਾਂ ਕਿ ਸੱਜੇ ਢੰਗ ਦੇ ਨਾਲ ਗੁਰਬਾਣੀ ਦੀਆਂ ਗੁਰਮਤਿ ਵਿਚਾਰਾਂ ਕਰ ਸਕੀਏ। ਸੋ ਅੰਤ ਵਿੱਚ ਬੜੇ ਪਿਆਰ ਨਾਲ ਫਤਿਹ ਬੁਲਾਉਣਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।